बिस्मिल्लाहिर्रहमानिर्रहीम अस्सलाम वालेकुम। ਤੁਸੀਂ ਵੀ ਵੇਂਦੇ ਜੇ ਇਸ ਟਾਈਮ ਪ੍ਰੋਗਰਾਮ ਜਵਾਨੀ 1947 2021 ਦਾ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਅਸੀਂ ਗੱਲ ਕਰਾਂਗੇ ਪਿੰਡ ਬਲੋਲਪੁਰ ਚੱਕ ਨੰਬਰ 127 ਜ਼ਿਲ੍ਹਾ ਫੈਸਲਾਬਾਦ ਦੇ। ਮੇਰੇ ਨਾਲ ਅੱਜ ਦੋ ਬਜ਼ੁਰਗ ਮੌਜੂਦ ਨੇ, ਤਾਰ ਅਹਿਮਦ ਹੁੰਦਲ ਸਾਹਿਬ ਔਰ ਜ਼ਿਆਉਦੀਨ ਹੁੰਦਲ ਸਾਹਿਬ। ਉਹਨਾਂ ਨਾਲ ਅੱਜ ਗੱਲ ਕਰਕੇ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਦੇ ਕੋਲੋਂ ਜਿੱਥੋਂ ਤੱਕ ਹੋ ਸਕੇ ਇਲਮ ਇਕੱਠਾ ਕਰ ਲਈਏ। ਜੀ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤਾਂ ਬਜ਼ੁਰਗੋ, ਤੁਸੀਂ ਸਾਨੂੰ ਵਕਤ ਦਿੱਤਾ ਹੋਵੇ ਅਤੇ ਪਿੰਡ ਬਲੋਲਪੁਰ ਦੇ ਬਾਰੇ ਜਾਣਨ ਦੀ ਖਵਾਇਸ਼ ਹੈ ਕਿ ਪਿੰਡ ਬਲੋਲਪੁਰ ਕਦੋਂ ਆਬਾਦ ਹੋਇਆ, ਕਿਹੜੇ ਲੋਕ ਆਏ ਔਰ ਕਿਹੜੇ ਸੰਚ ਆਬਾਦ ਹੋਇਆ। ਆਬਾਦ ਤੇ ਬਹੁਤ ਢੇਰ ਦਾ ਸਨ ਤੇ ਯਾਦ ਨਹੀਂ, ਹੁਣ ਅਸਾਂ ਆਪਣੀ ਉਮਰ ਦੇ ਮੁਤਾਬਕ ਦੱਸਣਾ ਹੈ ਜੀ ਕਿ ਤਕਰੀਬਨ ਮੇਰੀ ਉਮਰ 72-74 ਸਾਲ ਹੋ ਗਈ ਹੈ। ਉਦੋਂ ਪਹਿਲਾਂ ਸਾਡੇ ਵੇਖਣ ਵਿੱਚ ਸਾਡੇ ਬਜ਼ੁਰਗ ਸਨ ਚੌਧਰੀ ਅਬਦੁੱਲਾ ਖਾਂ ਜ਼ੈਲਦਾਰ, ਉਹਨਾਂ ਸਾਡੇ ਉਹ ਵੀ ਜ਼ਿਆਦਾ ਵੱਡੇ ਬਜ਼ੁਰਗ ਸਨ। ਉਹਨਾਂ ਨੇ ਕਾਫੀ ਮਿਹਨਤ ਕਰਕੇ ਸਕੂਲ ਸਕਾਲ ਇੱਥੇ ਤਿਆਰ ਕੀਤੇ, ਬੱਚਿਆਂ ਦਾ ਤਿਆਰ ਕੀਤਾ, ਮਸਜਿਦਾਂ ਬਣਾਈਆਂ, ਬਾਕੀ ਹੋਰ ਜਿਹੜੇ ਫਿਰ ਵਸਾਇਲ ਹੁੰਦੇ ਨੇ ਘਰਾਂ ਦੇ ਪਿੰਡਾਂ ਦੇ ਉਹ ਕੀਤੇ। ਨਾਲ ਨੰਬਰਦਾਰ ਵੀ ਸਨ, ਜ਼ੈਲਦਾਰ ਵੀ ਸਨ। ਉਹਨਾਂ ਤੋਂ ਇਲਾਵਾ ਫਿਰ ਜਿਵੇਂ ਜਿਵੇਂ ਦਿਹਾਤੀ ਜ਼ਿੰਦਗੀ ਹੁੰਦੀ ਹੈ ਉਸੇ ਤਰ੍ਹਾਂ ਬਜ਼ੁਰਗ ਸਾਡੇ ਨੇ ਜਿਹੜੇ ਉਹ ਕਰਦੇ ਰਹੇ, ਜ਼ਿਮੀਂਦਾਰਾ ਕਰਦੇ ਰਹੇ। ਕੋਈ ਆਪਣੇ ਜਿਹੋ ਜਿਹੇ ਜ਼ਰੂਰਤ ਦੇ ਬੰਦੇ ਉਹਨਾਂ ਨੂੰ ਚਾਹੀਦੇ ਹਨ, ਕਦੇ ਕਿਸੇ ਮਿਸਤਰੀ ਦੀ ਲੋੜ ਪੈ ਗਈ, ਕਦੇ ਕਿਸੇ ਬੰਦੇ ਦੀ ਲੋੜ ਪੈ ਗਈ, ਉਵੇਂ ਉਹ ਲਿਆ ਕੇ ਇਕੱਠੇ ਕਰਕੇ ਅਤੇ ਉਹਨਾਂ ਨੇ ਪਿੰਡ ਆਬਾਦ ਕੀਤੇ ਹਨ। ਉਹਨਾਂ ਦੀ ਬਦੌਲਤ ਅਸੀਂ ਹੁਣ ਇਸ ਪਿੰਡ ਦੇ ਵਿੱਚ ਰਹਿੰਦੇ ਹਾਂ ਪਏ ਅਤੇ ਬੜਾ ਅੱਛੇ ਵਕਤ ਗੁਜ਼ਾਰਿਆ। ਅਤੇ ਅੱਲਾਹ ਤਾਲਾ ਸਾਰਿਆਂ ਨੂੰ ਇਹ ਤੌਫੀਕ ਦੇਵੇ ਰਲ ਮਿਲ ਕੇ ਰਹਿਣ ਦੀ। ਜੀ ਅਗਰ ਕਹਿੰਦੇ ਨੇ ਕਿ ਜਿੰਨੇ ਵੀ ਪਿੰਡ ਹੈਗੇ ਨੇ ਉਹਦੇ ਵਿੱਚ ਕੁਝ ਬਾਬੇ ਆਏ ਸਨ, ਅਤੇ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਬਾਬੇ ਆਏ ਸਨ, ਕੋਈ ਯਾਦ ਹੈ ਤੁਹਾਨੂੰ? ਮਾਜਰ ਨਹੀਂ ਜਿਹੜੇ ਸਿਆਲਕੋਟ ਤੋਂ ਇੱਥੇ ਜਦੋਂ ਮੁੰਤਕਿਲ ਹੋਈ ਗੋਰੇ ਨੇ ਜਦੋਂ ਵੰਡ ਪਾਈ ਤਾਂ ਉਹਨੇ ਆਖਿਆ ਜੀ ਕਿ ਤੁਸੀਂ ਇੱਥੇ ਆ ਜਾਓ। ਜੀ ਸਨ ਜਿਉਂ ਅੰਗਰੇਜ਼ਾਂ ਦੀ ਸਦੀ ਗੁਜ਼ਰ ਗਈ ਹੈ। ਹਾਂਜੀ, ਅੰਗਰੇਜ਼ਾਂ ਨੇ ਜ਼ਮੀਨ ਦਿੱਤੀ ਸੀ, ਸਹੀ, ਸਾਡਿਆਂ ਵੱਡ ਵਡੇਰਿਆਂ ਨੂੰ, ਪਿੱਛੋਂ ਆਏ ਨੇ ਇੰਡੀਆ 'ਚ। ਅੱਛਾ, ਉਹ ਜ਼ਮੀਨ ਦਿੱਤੀ ਅੰਗਰੇਜ਼ਾਂ ਨੂੰ, ਮਰੱਬਾ ਕਿਸੇ ਮਰੱਬਾ ਲਿਆ, ਕਿਸੇ ਅੱਧਾ ਲਿਆ। ਉਦੋਂ ਉਹਨਾਂ ਨੇ ਇਹ ਜ਼ਮੀਨ ਆਬਾਦ ਕਰਾਈ ਸੀ ਅਤੇ ਕਈ ਆਬਾਦ ਕਰਨ ਤੋਂ ਛੱਡ ਕੇ ਤੁਰ ਗਏ ਸਨ। ਸਹੀ, ਤੇ ਨਹੀਂ ਹੁੰਦੀ। ਅੰਗਰੇਜ਼ ਇਹ ਗੱਲ ਆਉਂਦੇ ਹਨ ਪਰ ਜਿੰਨਾ ਲਈ ਉਹ ਵੀ ਪਛਤਾਏ ਦਾ, ਜਿਹਨੇ ਨਾ ਲਈ ਉਹ ਵੀ ਪਛਤਾਏ ਦਾ। ਉਹ ਦੌਰ ਵਕਤ ਆ ਗਿਆ, ਜਿੰਨਾ ਲੈ ਲਈ ਉਹ ਅੱਜ ਇੱਥੇ ਆਹੀ ਬਾਹਰ ਕਰਦੇ ਨੇ ਪਏ, ਅਤੇ ਜਿੰਨਾ ਨਹੀਂ ਲੈ ਵੀ ਉਹ ਆਉਂਦੇ ਅਸੀਂ ਵੀ ਮਰੱਬਾ ਲੈ ਲੈਂਦੇ। ਇਹ ਅੰਗਰੇਜ਼ਾਂ ਦੇ ਵਕਤ ਦੀ ਗੱਲ ਹੈ। ਪਿੱਛੋਂ ਇੰਡੀਆ 'ਚ ਅਸੀਂ ਆਏ ਹਾਂ। ਅੱਛਾ, ਮਹਾਜਰ ਕਹਿ ਲਓ ਜਾਂ ਵਕੀਲ ਕਹਿ ਲਓ, ਹੁਣ ਤਾਂ ਅਸੀਂ ਵਕੀਲ ਹਾਂ, ਇਸ ਤੋਂ ਅੰਗਰੇਜ਼ਾਂ ਦੇ ਵਕਤ ਦੇ ਅਸੀਂ ਆਏ ਹਾਂ। ਨਹੀਂ ਜਿਹੜੇ ਦੂਸਰੇ ਲੱਗਦਾ ਕਿ ਪਿੰਡੋਂ ਤੇ ਜ਼ਿਆਦਾਤਰ ਲੋਕ ਸਿਆਲਕੋਟ ਤੋਂ ਆਏ ਹੋਏ ਨੇ, ਤੇ ਬਲੋਲਪੁਰ ਵਾਲੇ ਇੰਡੀਆ ਤੋਂ ਆਏ ਹੋਏ ਨੇ। ਨਹੀਂ, ਇਹ ਵੀ ਸਿਆਲਕੋਟ ਆਏ ਨੇ। ਉਹ ਵੀ ਸਿਆਲਕੋਟ ਦੇ ਪਿੱਛੋਂ ਇੰਡੀਆ 'ਚ ਵੀ ਸਿਆਲਕੋਟ ਹੀ ਖਵਾਉਂਦਾ ਆਇਆ। ਅੱਛਾ, ਸਹੀ ਹੈ। ਤੇ ਯਾਦ ਤੁਹਾਨੂੰ ਕਿਹੜੇ ਕਿਹੜੇ ਬਾਬੇ ਆਏ ਸਨ, ਨਾਮ ਉਹਨਾਂ ਦੇ? ਇਸ ਪਿੰਡ ਦੇ ਵਿੱਚ ਕਿੰਨੇ ਬਾਬਿਆਂ ਦੀ ਜਿਹੜੀ ਔਲਾਦ ਇੱਥੇ ਚੱਲਦੀ ਪਈ ਹੈ? ਉਦੋਂ ਸਰਦਾਰ ਮੁਹੰਮਦ ਆਇਆ ਸੀ, ਹਜ਼ਾਰ ਮੁਹੰਮਦ ਆਇਆ ਸੀ, ਅਤੇ ਇੱਕ ਗੁਲਾਮ ਰਸੂਲ ਸੀ। ਅੱਛਾ, ਇੱਕ ਗੁਲਾਮ ਕਾਦਰ ਸੀ, ਸਹੀ, ਇੱਕ ਬਾਬਾ ਅਬਦੁੱਲਾ ਸੀ। ਇਸ ਤਰ੍ਹਾਂ ਦੇ ਚੰਦ ਵਡੇਰੇ ਬੰਦੇ ਸਾਰੇ ਹੁੰਦਲ ਸਨ। ਸਾਰੇ ਹੁੰਦਲ। ਤੇ ਹੁਣ ਤਾਂ ਕਾਫੀ ਕੌਮਾਂ ਆ ਚੁੱਕੀਆਂ ਹੈਗੀਆਂ ਨੇ, ਲੇਕਿਨ ਉਦੋਂ ਤਾਂ ਸਿਰ ਹੁੰਦਲ ਹੀ ਸਨ ਸਿਰਫ। ਹੁਣ ਵੀ ਹੁੰਦਲ ਹੀ ਨੇ। ਇਹ ਉਦੋਂ ਦੇ ਇਕੱਠੇ ਆਏ ਨੇ, ਵਿੱਚ ਕੌਮਾਂ ਇਹ ਨੇ ਕਿ ਇੱਕ ਅੱਧਾ ਘਰ ਬਾਜੀਆਂ ਦਾ, ਅੱਛਾ, ਇੱਕ ਅੱਧਾ ਘਰ ਕਾਲਮਾਂ, ਸਹੀ, ਦੂਜੇ ਘਰ ਜਿਹੜੇ ਸਾਰੇ ਹੁੰਦਿਆਂ ਦੇ। ਸਹੀ। ਹੁਣ ਤੁਹਾਡੇ ਪਿੰਡ ਦੇ ਦੋ ਨਾਮ ਨੇ, ਇੱਕ ਵੱਡਾ ਬਲੋਲਪੁਰ, ਇੱਕ ਛੋਟਾ ਬਲੋਲਪੁਰ ਹੈ। ਉਹ ਛੋਟੇ ਜਿਹਨੂੰ ਉੱਥੋਂ ਆਏ ਨੇ ਉਦੋਂ ਇਹ ਇਕੱਠੇ ਆਏ ਨੇ, ਉਹ ਨਿੱਕੇ ਬਲੋਲਪੁਰ ਦੇ ਅਤੇ ਵੱਡੇ ਬਲੋਲਪੁਰ ਦੇ। ਸਹੀ, ਇੱਥੇ ਉਹ ਕੁਝ ਕੱਬੇ ਸਨ, ਇਹ ਕੋਈ ਢਿੱਲੇ ਸਨ। ਉਹ ਉਰਾਂ ਪਰਾਂ ਕਰਦਿਆਂ ਨੇ ਆਖਿਆ ਤੁਸੀਂ ਉੱਥੇ ਜਾ ਕੇ ਡੇਰਾ ਲਾ ਲਓ। ਉਹ ਨਾ ਜਾ ਕੇ ਉੱਥੇ ਡੇਰਾ ਲਾ ਲਿਆ, ਉਹਦਾ ਨਾਂ ਰਲ ਗਿਆ ਪੜੋਪੀਆਂ ਦੇ ਨਾਂ, ਨੰਬਰ ਪੜੋਪੀਆਂ ਦਾ 124। ਸਹੀ, ਉਹ 124 ਖਵਾਉਂਦਾ, 127 ਖਵਾਉਂਦਾ। ਆਹ ਹੀ ਦੋਏ
ਇੱਕੇ ਪਿੰਡ ਦੇ। ਇੱਕ ਪਿੰਡ, ਅੱਛਾ। ਤੇ ਉਹਨਾਂ ਨੂੰ ਵੀ ਕਿੰਨੀ ਜ਼ਮੀਨ ਮਿਲੀ ਤੇ ਤੁਹਾਨੂੰ ਕਿੰਨੀ ਮਿਲੀ ਇਸ ਪਿੰਡ ਵਾਸਤੇ? ਇਹ ਜ਼ਮੀਨ ਇੱਥੇ 28 ਤੇ 12 ਤੇ 5 45 45 45 45 ਹਾਂਜੀ 45 ਤੇ 45 ਮਰਬਾ ਜਿਹੜਾ ਸੀ ਇਹ ਸੀ ਆਬਾਦ ਕਰਨ ਵਾਲਾ, ਅੱਛਾ ਜਿਹੜਾ ਇਹਨਾਂ ਕੀਤਾ। ਦੂਸਰਾ ਟੈਂਡਰ ਸੀ ਉਹ ਜੇ ਫਿਰ ਬਾਅਦ 'ਚ ਆਬਾਦ ਕੀਤਾ ਗਿਆ, ਜਿਨ੍ਹਾਂ ਨੂੰ ਅਸੀਂ ਭੋਰਾ ਨੇ, ਉਹ ਹੁਣ ਬਾਅਦ ਨੇ ਵਗਦੀਆਂ 40 ਸਾਲ। ਤੇ 1940 ਪੈਦਾਇਸ਼ ਤੁਹਾਡੀ? 40 ਪਦਾਰਥ ਮੇਰੀ ਸੰਨ 47 'ਚ ਪਾਕਿਸਤਾਨ ਬਣਿਆ ਸੀ, ਸਹੀ ਮੁਹੰਮਦੀ ਜਿਨਾਹ ਨੇ ਬਣਾਇਆ ਸੀ, ਇਕਬਾਲ ਨੇ। ਜੀ। ਉਹਦੇ 'ਚ ਅੰਗਰੇਜ਼ਾਂ ਨੇ ਰੌਲਾ ਪਾ ਛੱਡਿਆ, ਵੰਡ ਕਰਨ ਲੱਗਿਆ। ਕਸ਼ਮੀਰ ਜਿਹੜਾ ਹੀਰਾ ਸਾਡਾ ਸੀ ਤੇ ਉਹ ਉੱਥੋਂ ਸਾਡਾ ਉਹਨਾਂ ਦਾ ਤਨਾਜ਼ਾ ਨਹੀਂ ਮੁੱਕਦਾ। ਇੰਜੀ ਗੱਲ ਹੈ, ਇੰਜੀ ਗੱਲ ਹੈ। ਮਗਰ ਜਿਹੜੇ ਹਨ ਅਸੀਂ ਉਦੋਂ ਦੀ ਤਬਾਦਲਾ ਸੰਨ 47 'ਚ ਜੰਗ ਹੋਈ ਹੈ, ਸਿੱਖ ਇੱਥੋਂ ਗਏ ਤੇ ਜੰਗ ਹੋਈ ਹੈ। ਫਿਰ ਆਪ ਸਾਡੇ ਕੋਲ ਭਲੇਰ ਵਸਦਾ, ਉੱਥੇ ਇਕੱਠੇ ਹੋਏ ਨੇ। ਉੱਥੇ ਇਕੱਠੇ ਹੋ ਕੇ ਤੇ ਉਹ ਇਹ ਗੱਲਾਂ ਦੇ ਵੀ ਸਾਨੂੰ ਬਲੋਲਪੁਰ ਨਾ ਛੇੜੇ ਤਾਂ ਅਸੀਂ ਦੂਜਿਆਂ ਕੋਲ ਉੱਠਦੇ ਨਹੀਂ। ਅੱਛਾ ਫਿਰ ਆਲੇ ਦੁਆਲੇ ਨੇ ਜ਼ੋਰ ਲਾਇਆ, ਉਹ ਨਾ ਹਿੱਲੇ। ਫਿਰ ਬਲੋਲਪੁਰ ਨੂੰ ਉਹਨਾਂ ਨੇ ਮਜਬੂਰ ਕੀਤਾ, ਆਲੇ ਦੁਆਲੇ ਨੇ। ਇਹ ਫਿਰ ਬਲੋਲਪੁਰ ਪਿਆ ਤੇ ਨੇ ਉਹ ਭਲੇਰ ਫਤਹ ਕੀਤਾ। ਅੱਛਾ ਫਿਰ ਦੁਨੀਆ ਅਦਲ ਬਦਲ ਉਧਰ ਦੀ ਹੋਈ। ਮਾਸ਼ੇ ਗਏ ਤੇ ਮਾਜਰ ਆਏ। ਸਹੀ। ਇੱਥੇ ਲੰਬੜਦਾਰ 2 ਸਨ ਇਸ ਪਿੰਡ ਦੇ ਵਿੱਚ? ਪਿੰਡ। ਹਾਂਜੀ ਇੱਕ ਨਾਂ ਫਜ਼ਲ ਆਈ ਸੀ, ਫਜ਼ਲ ਅਲੀ। ਫਜ਼ਲ ਅਲੀ, ਤੇ ਇੱਕ ਦੇ ਨਾਂ ਸੀ ਬਾਬਾ ਅਬਦੁੱਲਾ। ਉਹ ਜ਼ਿਆਲਦਾਰ ਹਨ, ਇਹ ਲੰਬੜ ਸਨ। ਸਹੀ। ਤੇ ਸਾਡੇ ਵੱਡ ਵਡੇਰੇ ਜਿਹੜੇ ਹਨ, ਉਹ ਜਿਹੜੇ ਪਹਿਲਾਂ ਜਿਹਨਾਂ ਬਾਤ ਕੀਤੀ, ਉਹ ਤਾਂ ਇੱਕ ਹਾਂ ਵੇਖਿਆ ਤੇ ਇੱਕ ਨਹੀਂ ਹਾਂ ਵੇਖਿਆ। ਜਾਤ ਮਹਿਮਦ ਵੇਖਿਆ, ਸਰਦਾਰ ਮਹਿਮਦ ਨਹੀਂ ਵੇਖਿਆ। ਉਸ ਵਕਤ ਜਿਹੜੇ ਬਾਦ ਕੀਤਾ ਗਿਆ ਤੇ ਤਲੀਮ ਕੋਈ ਸੀ। ਇਹ ਜਿਹੜੇ ਨੰਬਰਦਾਰ ਹਨ ਸਾਡੇ ਹਾਂ ਪੜ੍ਹੇ ਜਿਹੜੇ, ਉਦੋਂ ਪਛਾਣ ਕਿਤੇ ਪੜ੍ਹੇ ਨੇ ਜਾਂ ਕਿਤੇ ਪੜ੍ਹੇ ਨੇ, ਇਸ ਗੱਲਾਂ ਨੇ ਸਾਨੂੰ। ਉਹ ਫਿਰ ਇੱਥੇ ਇੱਕ ਬਾਬੇ ਅਬਦੁੱਲਾ ਦਾ ਪੁੱਤਰ ਸੀ, ਇਸਮਤੁੱਲਾ, ਮੌਲਵੀ ਇਸਮਤੁੱਲਾ ਨੂੰ ਕਰਦੇ ਨੇ। ਅਜੇ ਵੀ ਬਾਹਰ ਹੈ, ਚੱਕਾਂ 'ਚ, ਜ਼ਿਲ੍ਹਿਆਂ 'ਚ, ਤਹਿਸੀਲਾਂ 'ਚ ਮਸ਼ਹੂਰ। ਉਹਦਾ ਨਾਮ ਲਵੋ, ਮੌਲਵੀ ਇਸਮਤੁੱਲਾ। 127 ਹਰ ਕੋਈ ਦੱਸੇ ਜੀ। ਸਾਡਾ ਪਿੰਡ ਵੀ ਅਜੇ ਵੀ ਉਹਦੇ ਨਾਂ ਤੇ ਚੱਲਦਾ। ਉਹਦੀ ਕੋਸ਼ਿਸ਼ ਦੇ ਮੌਲਵੀ ਨਾਲ ਇਸਮਤੁੱਲਾ ਵਾਲਾ। ਲੜਕਿਆਂ ਦਾ ਸਕੂਲ ਬਣਿਆ ਪ੍ਰਾਇਮਰੀ, ਤੇ ਮਿਡਲਾ ਬਣਿਆ ਮੁੰਡਿਆਂ ਬੱਚਿਆਂ ਦਾ। ਸਹੀ। ਉਦੋਂ ਆਲੇ ਦੁਆਲੇ ਕੋਈ ਸਕੂਲ ਨਹੀਂ ਹਨ, ਸਿਰਫ ਪ੍ਰਾਇਮਰੀ ਕੋਈ ਸਕੂਲ ਇੱਕ ਅੱਧਾ ਹੈ ਸੀ। ਇੱਥੇ ਹੀ ਬੱਚੇ ਆਉਂਦੇ ਆ, ਸਿਰਾਂ ਦੇ ਤੇ ਵਾਲੇ ਰਤੀਆਂ, ਵਾਲੇ ਸਿੰਘ ਆ, ਕੰਨਾ ਸਿਆਂ, ਪਹਾੜੰਗ, ਇਹ ਸਾਰੇ ਇੱਥੇ ਹੀ ਆਉਂਦੇ ਸੀ। ਮਗਰੋਂ ਫਿਰ ਜਿਵੇਂ ਜਿਵੇਂ ਤਲੀਮ ਵਧੀ, ਫਿਰ ਪਹਾੜੰਗਾਂ ਨੇ ਜ਼ੋਰ ਮਾਰਿਆ, ਉਹਨਾਂ ਨੇ ਸਕੂਲ ਦਾ ਆਪਣਾ ਉੱਥੇ ਕਰ। ਇਸ ਵਕਤ ਹੁਣ ਜ਼ੋਰ ਮਾਰ ਕੇ ਕੋਸ਼ਿਸ਼ ਕਰਕੇ ਬੱਚਿਆਂ ਦਾ ਵੀ ਹਾਈ ਸਕੂਲ ਕੀਤਾ ਗਿਆ ਤੇ ਬੱਚੀਆਂ ਦਾ ਵੀ। ਸਹੀ। 2 ਸਕੂਲ ਹਾਈ ਹੋ ਦੋਨੋਂ ਮਾਸ਼ਾਅੱਲਾ, ਬੜੀ ਗੱਲ ਹੈ। ਤੇ ਜੇ ਗੱਲ ਕਰੀ ਤੁਹਾਨੂੰ ਫਿਰ ਜਦੋਂ ਪਾਕਿਸਤਾਨ ਆਜ਼ਾਦ ਹੋਇਆ ਸੀ, ਤੁਹਾਡੀ ਉਮਰ ਤਕਰੀਬਨ 7 ਕੁ ਸਾਲ ਉਸ ਟਾਈਮ ਹੈ ਸੀ। ਮੈਂ ਕਿਹਾ ਤੁਹਾਡੀ ਤਾਂ ਉਦੋਂ ਪੈਦਾਇਸ਼ ਹੋਈ ਨਵੇਂ ਨਵੇਂ। ਤੁਸੀਂ ਕੀ ਵੇਖਿਆ ਉਦੋਂ ਨਜ਼ਾਰੇ ਇਸ ਇੱਥੇ, ਜਿਵੇਂ ਦੱਸ ਰਹੇ ਕਿ ਭਲੇਰ ਤੁਸੀਂ ਫਤਹ ਕੀਤਾ ਹੈਗਾ? ਭਲੇਰ ਵਾਲੇ ਸ਼ਾਇਦ ਅੱਜ ਭਾਵੇਂ ਨਾ ਮੰਨਣ, ਲੇਕਿਨ ਤੁਸੀਂ ਬੜੀ ਵੱਡੀ ਗੱਲ ਦੱਸ ਦਿੱਤੀ ਸਾਨੂੰ ਕਿ ਭਲੇਰ ਨੂੰ ਫਤਹ ਕਰਨ ਵਾਲੇ ਬਲੋਲਪੁਰ ਵਾਲੇ ਨੇ। ਹਾਂ, ਇਹ ਜੀ ਉਦੋਂ ਇਹ ਸੀ ਕਿ ਭਲੇਰ ਉੱਥੇ ਸੀ ਤੇ ਅਸੀਂ ਇੱਥੇ ਸਾਂ। ਸਾਡੇ ਕੁਝ ਬੰਦੇ ਜਿਹੜੇ ਹਨ ਨਾ, ਉਹ ਪੁਲਿਸ ਤੇ ਫੌਜ 'ਚ ਵੀ ਹੈ ਸਨ। ਅੱਛਾ। ਜਦੋਂ ਸਿੱਖਾਂ ਨੇ ਇਹ ਆਖੀ ਨਾ ਗੱਲ ਪੇ ਸਾਨੂੰ ਬਲੋਲਪੁਰ ਨਾਲ ਛੇੜੇ ਤਾਂ ਉੱਠਦੇ ਨਹੀਂ। ਫਿਰ ਆਲੇ ਦੁਆਲੇ ਪਿੰਡਾਂ ਆਖਿਆ ਵੀ ਸਾਡਾ ਨੁਕਸਾਨ ਕਰਦੇ, ਇਹ ਗੈਰ ਮਜ਼ਹਬ ਨੇ ਤੇ ਮੁਸਲਮਾਨ ਤੰਗ ਕਰਦੇ। ਫਿਰ ਇਹਨਾਂ ਨੇ ਜਿਹੜੇ ਸਾਡੇ ਚੌਧਰੀ ਹਨ, ਜਿਹੜੇ ਫੌਜ 'ਚ ਹਨ, ਉਹਨਾਂ ਨੇ ਕੋਈ ਫੌਜ ਵੀ ਘੱਲੀ, ਕੋਈ ਇਹ ਸਾਡੇ ਮੁਲਾਜ਼ਮ ਹਨ ਉਹ ਵੀ ਛੱਡ ਕੇ ਆ ਗਏ। ਹਾਂ, ਪਿੰਡ ਨੂੰ ਬਰਬਾਦ ਤਾਂ ਨਹੀਂ ਕਰਨਾ। ਇੱਥੇ ਆਣ ਕੇ ਉਹਨਾਂ ਨੂੰ ਆਖਿਆ ਹਾਂ ਵਜਾ ਅਸੀਂ ਆ ਗਏ ਹਾਂ, ਆਪਣਾ ਬੰਦੋਬਸਤ ਕਰ। ਫਿਰ ਉੱਥੇ ਗਾਦੋਗਰਾਰੀ ਹੁੰਦੀ ਜੀ, ਵਾਧਕ ਤੋਕਾ ਹੁੰਦਾ ਰਿਹਾ। ਉੱਥੇ ਇੱਕ ਸਿੱਖ ਨੇ ਚਬਾਰੇ ਦੇ ਵਿੱਚ ਸਟੀਰੀ ਦੇ ਅਗਲੇ ਪਾਸੇ ਬੋਰੀ ਲਾਈ ਸੀ। ਅੱਛਾ। ਉਹਦੇ ਪਿਛਲੇ ਪਾਸੇ ਬੈਗ ਤੋਂ ਫਾਇਰ ਕਰਤਾ ਸੀ। ਥਿੱਡੀ ਨਾ ਥਿੱਡੀ ਦੀ ਗੋਲੀ ਸੀ, ਉਹ ਥੇ ਤੇ ਆਉਂਦੀ ਸੀ, ਉਹ ਗਾਂ ਨਹੀਂ ਹੋਣ ਦਿੰਦੀ। ਇੱਥੇ ਫਿਰ ਇੱਕ ਫੌਜੀ ਆਇਆ,
ਉਸ ਵੇਖਿਆ, ਉਸ ਆਖਿਆ ਕਿ ਕੋਈ ਜਵਾਨ ਹੈ ਐਸਾ ਜਾਂ ਜਿੱਥੋਂ ਗੋਲੀ ਨਿਕਲ ਤੂੰ ਉੱਥੋਂ ਜਾ ਕੇ ਇੱਕ ਅੱਧ ਪਾ ਦਾ ਵੱਟਾ ਕੱਢ ਛੱਡ। ਫਿਰ ਮੈਂ ਜਾਣਾ, ਮੇਰਾ ਕੰਮ ਹੀ ਜਾਣਾ। ਸਾਡੇ ਪਿੰਡ ਦਾ ਬੰਦਾ ਸੀ ਨਵਾਬ ਬਾਜਵਾ, ਉਹ ਗਿਆ ਚੋਰੀ ਚੋਰੀ, ਉਹਨੇ ਬਲਮ ਦੀ ਕੁਝ ਮਾਰ ਕੇ ਨਾ ਉੱਥੋਂ ਅੱਧ ਕਪਾ ਦਾ ਜਾਂ ਪਾ ਦਾ ਵੱਟਾ ਏਡਾ ਕੁ ਕੱਢੇ। ਅੱਛਾ। ਉਹ ਪਿਛਾਂ ਹਟਿਆ, ਉਸ ਆਖਿਆ ਪਿਛਾਂ ਹੋ ਜਾ, ਆਵਾਜ਼ ਦਿੱਤੀ ਪਿਛਾਂ ਹੋ ਜਾ। ਇਹ ਪਿਛਾਂ ਹੋਇਆ ਕਿ ਜਗ੍ਹਾ ਸਾਰਾ ਠੇਤ ਮਾਰੀ ਹੋਈ, ਤੜਾਕਾ ਦੀ ਵੱਜ ਗਈ, ਉਹ ਮਰ ਗਿਆ, ਪਲੇਟ ਫਟਾ ਹੋ ਗਿਆ। ਸਹੀ। ਤੇ ਜਦੋਂ ਇਸ ਪਿੰਡ ਦੇ ਵਿੱਚ ਕੋਈ ਨਹੀਂ ਸੀ ਕੋਈ ਸਿੱਖ ਹੈਗਾ? ਨਾ, ਨਹੀਂ ਇੱਥੇ ਸਿੱਖ ਕੋਈ ਸਾਡੇ ਆਏ ਤੋਂ ਆਇਆ 100 ਆਏ ਸਿੱਖਾਂ ਦਾ, ਸਰਾਈ ਵੀ ਸਿੱਖਾਂ ਦੀ, ਅੱਧੀ ਅੱਧੀ ਮੁਸਲਮਾਨਾਂ ਦੀ, ਅੱਧੀ ਸਿੱਖਾਂ ਦੀ ਸੀ। ਇਹ ਜਿਹੜਾ ਬਾਬਾ ਅਬਦੁੱਲਾ ਖਾਨ ਸੀ ਬਾਸਰ ਆਦਮੀ ਸੀ, ਸਹੀ। ਜ਼ੈਲਦਾਰ ਵੀ ਸੀ, ਹਾਂਜੀ। ਬਾਸਰ ਆਦਮੀ ਸੀ। ਬਾਬੇ ਅਬਦੁੱਲਾ ਦੀ ਇਹ ਗੱਲ ਹੈ ਕਿ ਅੰਗਰੇਜ਼ ਇੱਥੇ ਕਿਸ ਵਕਤ ਆਇਆ ਸੀ, ਉਹ ਸਾਂ ਕੇ ਬੈਠਾ, ਉਹਦੀ ਖਿਦਮਤ ਸ਼ਿਦਮਤ ਇਹਨਾਂ ਕੀਤੀ। ਉਦੋਂ ਇਹ ਤਨਾਜ਼ਾ ਮਜ਼ਹਬ ਦਾ ਤਨਾਜ਼ਾ ਕੋਈ ਨਹੀਂ ਸੀ, ਹੈ ਉਹ ਮਜ਼ਹਬੀ ਸਨ। ਕੌਣ? ਉਹ ਬਾਬੇ ਅਬਦੁੱਲਾ। ਅਬਦੁੱਲਾ ਦੇ। ਅੱਛਾ। ਉਦੋਂ ਇਹ ਤਨਾਜ਼ਾ ਕੋਈ ਨਹੀਂ ਕਿ ਮਜ਼ਹਬੀ ਕਿਹੜਾ ਤੇ ਆਲ ਸੁੰਦ ਕਿਹੜਾ, ਦੂਜਾ ਕਿਹੜਾ। ਸਹੀ। ਉਸ ਰੋਟੀ ਛੋਟੀ ਖਾਧੀ ਤੋਂ ਪੁੱਛਦਾ, ਬਾਬਾ ਜੀ ਤੁਹਾਡੇ 'ਚ ਕਿੰਨੀ ਕੁ ਪਾਵਰ ਹੈ? ਉਸ ਛੱਡ ਜਾਣਾ, ਇਸ ਗੱਲ ਨੂੰ ਕੀ ਕਰਨਾ। ਇਹ ਨਹੀਂ ਤਾਂ ਵੀ ਹੋ ਸਕਦਾ ਮੇਰੇ 'ਚ ਪਾਵਰ ਇੰਨੀ ਕਿ ਮੈਂ ਅਮਰੀਕਾ ਲਗਾ ਜਾਵਾਂ ਨਾ, ਸਦਰ ਬੈਠਾ ਤੇ ਮੈਨੂੰ ਵੇਖ ਕੇ ਕੁਰਸੀ ਛੱਡ ਕੇ ਤਾਂ ਉੱਥੇ ਉੱਪਰ ਹੋ ਕੇ ਖਲੋ ਜਾਏ, ਇੰਨੀ ਕੁ ਮੇਰੀ 'ਚ ਤਾਕਤ ਹੈ। ਸਹੀ। ਉਹ ਬਾਬਾ ਅਬਦੁੱਲਾ ਯਾਰ ਬਲੌਲਪੁਰ 'ਚ ਕਤਲ ਹੋ ਜਾਏ ਤੇ ਹਜ਼ਮ ਕਰ ਜਾਂਦਾ ਸੀ, ਪੁਲਿਸ ਨੂੰ ਲਾਗੇ ਨਹੀਂ ਸੀ ਆਉਣ ਦਿੰਦਾ। ਹੁਣ ਤਾਂ ਮੈਂ ਖੁਦ ਜਿਉਣਾ। ਉਹਨੂੰ ਅੰਗਰੇਜ਼ ਨੇ ਹੁਕਮ ਦਿੱਤਾ ਸੀ ਕਿ 6 ਮਹੀਨੇ ਬੰਦਾ ਆਪਣੇ ਫੈਸਲੇ ਤੇ ਬੰਨ੍ਹ ਸਕਦਾ ਸੀ। ਅੱਛਾ। ਹਾਂ, ਇੰਨਾ ਉਹਨੂੰ ਆਰਡਰ ਸੀ, ਉਹ ਫੈਸਲੇ ਤੇ ਖੁਦ ਕਰਦਾ ਸੀ। ਅੰਗਰੇਜ਼ ਪੁਲਿਸ ਨੂੰ ਨਹੀਂ ਸੀ ਆਉਂਦੀ, ਤੇ ਨਾ ਪੁਲਿਸ ਉਹਦਾ ਵਕਤ 'ਚ ਆਈ। ਤੇ ਉਹਨਾਂ ਦੀ ਆਲ ਔਲਾਦ ਹੈ? ਅੱਲਾਹ ਗਰੀ ਹੈ, ਔਰ ਕੋਈ ਬਾਹਰ ਤੁਰ ਗਏ ਨੇ, ਕੋਈ ਲਾਹੌਰ ਨੇ, ਇਸ ਵਕਤ ਇੱਥੇ ਕੋਈ ਪਿੰਡ 'ਚ ਕੋਈ ਨਹੀਂ ਹੈਗਾ? ਉਹਨਾਂ ਵਰਗਾ ਕੋਈ ਹੁਣ ਕੋਈ ਬੰਦਾ ਹੈ ਪਿੰਡ ਦੇ ਵਿੱਚ ਨਹੀਂ। ਜਿਹੜਾ ਇਹਨਾਂ ਜਿਗਰ ਰੱਖਦਾ ਹੋਵੇ? ਨਹੀਂ, ਐਵੇਂ ਝੂਠ ਬੰਦਾ ਮਾਰੀ ਦਾ ਫਾਇਦਾ ਕੋਈ। ਹੁਣ ਤੇਰੇ ਟੱਟੂ ਪਰ ਹਰ ਘਰ ਘਰ ਚੌਧਰ। ਹਾਂਜੀ। ਉਦੋਂ ਜਿੰਨਾ ਜਿੰਨਾ ਚਿਰ ਬੰਦੇ ਉਹ- ਗੱਲਾਂ ਦੇ ਹਨ, ਪਿੰਡ 'ਚ ਇੱਕ ਚੌਰ ਹੀ ਹੁੰਦਾ। ਹਾਂਜੀ। ਹੁਣ ਘਰ ਘਰ ਚੌਧਰੀ ਨੇ। ਹੁਣ ਘਰ ਘਰ ਚੌਰ ਹੀ ਨੇ, ਤੇ ਹੈ ਸਾਰੇ ਨੇ ਫਿੱਟ। ਉਹ ਜੇ ਦੋ ਚੌਰ ਹਨ, ਲੰਬੜਦਾਰ ਤੇ ਜ਼ਾਲਦਾਰ, ਉਹਨਾਂ ਦਾ ਕੰਮ ਸੀ ਬੈਗਦਾਰ ਨੂੰ ਸਲਾਹ ਕਰਨੀ, ਕੰਮ ਕੋ ਕਰਨਾ ਹੋਏ ਪਿੰਡ ਦੇ ਮੁਸਤਕੇ 'ਚ ਸਲਾਹ ਕਰਕੇ ਤੇ ਸਵੇਰੇ ਉਹ ਤੁਰਦੇ ਸਨ। ਇੱਥੇ ਉਹਨੇ ਵੇਖਣ ਦਾ ਮੈਂ ਮੱਝ ਨੂੰ ਪਾਣੀ ਲਾਉਣ ਚੱਲਾਂ, ਦੂਸਰਾ ਦਾ ਨਹੀਂ, ਮੈਂ ਤੇ ਡੇਰੇ ਚੱਲਿਆ। ਇੱਥੇ ਹੁਣ ਉਹ ਖਾਤਾ ਕੋਈ ਨਹੀਂ, ਇੱਥੇ ਹੁਣ ਇਤਫਾਕ ਖਤਮ ਹੋ ਗਿਆ। ਆਪਣੀ ਆਪਣੀ ਜਦੋਂ ਉਹ ਚੌਧਰੀ ਜਿਉਂਦੇ ਸਨ ਨਾ, ਹਾਂਜੀ। ਉਦੋਂ ਬੜੀ ਗੱਲ ਸੀ, ਉਦੋਂ ਮਸ਼ਹੂਰ ਸੀ ਇਹ ਗੱਲ ਕਿ ਬਲੌਲਪੁਰ ਦਾ ਤਾਂ ਪਿਸ਼ਾਬ ਕੋਈ ਨਹੀਂ ਲੰਘਦਾ। ਇਹ ਗੱਲ ਮਸ਼ਹੂਰ ਸੀ, ਸਹੀ। ਇੰਨਾ ਜ਼ੋਰ ਸੀ ਉਹਨਾਂ ਦਾ। ਅਜੇ ਉਹ ਕੋਠੀ ਬਣੀ ਮੌਲਵੀ ਵਾਲੀ, ਜਿਹੜੀ ਉਸ ਜ਼ਮਾਨੇ ਦੇ ਵਿੱਚ ਅਸੀਂ ਛੋਟੇ ਛੋਟੇ ਹਾਂ ਜਦੋਂ ਉਹ ਬਣੀ ਹੈ, ਤੇ ਉਦੋਂ ਲੱਖ ਰੁਪਈਆ ਉਹਦੇ ਤੇ ਲੱਗਾ ਸੀ। ਉਦੋਂ ਦਾ ਲੱਖ ਹੈ ਜਿਹੜਾ ਅੱਜ ਹੁਣ ਹਿਸਾਬ ਲਾ ਲਵੇ ਕਿੰਨੇ ਕੁ ਦਾ। ਇਹ ਵੀ ਗੱਲ। ਤੇ ਫਿਰ ਇਹ ਵੇ ਕਿ ਵਹਿੰਦੇ ਰਹੇ ਆ ਕਿ ਕਿਸੇ ਮਾੜੇ ਬੰਦੇ ਦਾ ਮਕਾਨ ਡਿੱਗ ਪਿਆ ਨਾ, ਡਿੱਗਣ ਲੱਗਾ, ਤੇ ਕੋਈ ਨੱਸ ਕੇ ਗਿਆ ਨਾ ਕਿ ਮੌਲਵੀ ਸਾਹਿਬ ਮੇਰੇ ਤੇ ਕੋਠੇ 'ਤੇ ਡਿੱਗਦੇ ਨੇ। ਉਹ ਨੱਸ ਆਪਣੇ ਬੱਚੇ ਲਿਆ, ਬੱਚੇ ਲਿਆ, ਬੱਚੇ ਲਿਆ। ਉਸ ਕੋਠੀ ਦੇ ਵਿੱਚ ਜਿੱਥੇ ਅਫਸਰ ਮਤਲਬ ਕਿ ਬਹਿਣੇ ਨੇ, ਉੱਥੇ ਵਾੜ ਦਿੱਤੇ ਨੇ। ਗੰਦ ਪਾਉਂਦੇ ਨੇ ਤੇ ਪੇ ਪਾ ਲਓ, ਪਰਵਾਹ ਨਹੀਂ ਧੁੱਪ ਜਾਏਗੀ। ਸਹੀ। ਤੁਹਾਡੇ ਦਿਲ ਵੀ ਸਨ। ਸਹੀ। ਤੁਹਾਡੇ ਪਿੰਡ ਦੇ ਦੋ ਬੰਦੇ ਮਤਲਬ ਖਾਸ ਆ, ਮੌਲਵੀ ਇਸਮਤੁੱਲਾ ਸਾਹਿਬ ਤੇ ਅਬਦੁੱਲਾ ਖਾਨ ਸਾਹਿਬ। ਹਾਂਜੀ, ਜ਼ਬਰਦਸਤ। ਤੇ ਹੁਣ ਮੌਲਵੀ ਇਸਮਤੁੱਲਾ ਸਾਹਿਬ ਦੀ ਆਲ ਔਲਾਦ ਦਾ ਕੀ ਹਿਸਾਬ ਕਿਤਾਬ ਹੁਣ? ਜਿਹਦਾ ਮੌਲਵੀ ਇਸਮਤੁੱਲਾ ਸਾਹਿਬ ਦੀ ਔਲਾਦ ਹੈ ਹੁਣ? ਹਾਂ, ਔਲਾਦ ਪੋਤਰੇ ਜਾਂ ਪੋਤਰੇ ਪੋਤਰੇ ਨੇ ਹੁਣ। ਮੁੰਡੇ ਜਿਹਨੇ ਫੌਤ ਹਾਂ, ਮੇਰਾ ਖਿਆਲ ਜਲਾਲੁਦੀਨ ਹੈ, ਦੂਜੇ ਦੇ ਫੌਤ ਹੋ ਗਏ ਨੇ। ਤੱਕ ਨਹੀਂ ਉਹ ਵੀ ਮੌਲਵੀ ਨਹੀਂ ਆ? ਉਹ ਨਹੀਂ ਮਰਜ਼ਈ ਨਹੀਂ। ਮਰਜ਼ਈ ਨਹੀਂ। ਅੱਛਾ। ਹਾਂ, ਇਹ ਮਰਜ਼ਈ ਪਹਿਲਾਂ ਕੋਈ ਇਹ ਗੱਲ ਦਾ ਤਨਾਜ਼ਾ ਨਹੀਂ ਸੀ। ਪਹਿਲਾਂ ਕੋਈ ਨਹੀਂ ਸੀ ਇਹ ਤਨਾਜ਼ਾ। ਜਦੋਂ ਫੁੱਟੋ ਆਇਆ ਨਾ, ਉਹ ਸੇ ਨੁਕਤਾ ਕੱਢਿਆ। ਉਹ ਸਾਖਾ ਮਰਜ਼ਈ ਜਿਹੜੇ ਕਾਫਰ ਨੇ, ਇਹ ਨਬੀ ਆਉਂਦੇ ਨੇ ਆ ਗਿਆ, ਕਈਆਂ ਨੇ ਨਬੀ ਆਇਆ ਨਹੀਂ ਆਉਣਾ, ਆਖਰੀ ਨਬੀ ਸਾਡਾ ਆ ਗਿਆ, ਮਾਂ ਮੀਤੀ ਜਿਹੜਾ ਆਉਣਾ, ਇਹ ਆਉਂਦੇ ਨੇ ਆ ਗਿਆ।
ਉਹ ਨਬੀ ਇਹਨਾਂ ਦਾ ਆਇਆ ਸੀ ਜਿਹੜਾ ਟੱਟੀ ਖਾਨੇ ਵਾਰ ਕੇ ਤੇ ਮਰਿਆ ਸੀ। ਹੁਣ ਤੁਹਾਡੇ ਪਿੰਡ ਦੇ ਦੋਨੋਂ ਅਬਦੁੱਲਾ ਖਾਨ ਤੇ ਮੌਲਵੀ ਇਸਮਤੁੱਲਾ ਦੋਨੋਂ ਹੀ ਮਰਜ਼ਈ ਸਨ। ਮਰਿਆ ਸੀ ਉਹ ਅਬਦੁੱਲਾ ਪਿਓ ਸੀ ਤੇ ਪੁੱਤਰ ਮੌਲਵੀ ਜਿਹੜਾ ਪੁੱਤਰ ਸੀ। ਉਹ ਪੁੱਤਰ ਅੱਛਾ ਅੱਛਾ, ਪਿਓ ਪੁੱਤਰ ਸਨ ਦੋਨੋਂ। ਆਹੋ ਉਹਦਾ ਪਿਓ ਅੱਛਾ ਚਲੋ, ਇਹ ਤੇ ਗੱਲ ਕਲੀਅਰ ਹੋ ਗਈ ਕਿ ਹਾਂ ਤੇ ਹੁਣ ਉਹ ਜਦੋਂ ਤੁਹਾਡਾ 1947 ਦੇ ਵਿੱਚ ਤੁਹਾਡੇ ਪਿੰਡ ਦੀ ਕੀ ਹਾਲਤ ਸੀ? ਪਿੰਡ 'ਚ ਕਿੰਨੇ ਕੁ ਘਰ ਸਨ ਉਸ ਟਾਈਮ? 47 ਹਾਂਜੀ 27 ਘਰ ਜਿਹੜੇ ਆਬਾਦ ਕਰਨ ਆਇਆ 15-20 100 ਲਾ ਲਓ 18 ਲਾ ਲਓ, ਉਦੋਂ ਥੋੜੇ ਸਨ। ਅੱਛਾ ਇੱਕ ਪਿੱਛੇ ਤਾਂ ਜੀ ਛੱਡੇ ਇੱਥੇ ਤਾਂ ਆਏ ਸਿਰ 2-2 ਜੀ ਜਿਹੜੇ ਆ ਕੇ ਇੱਕ ਟੁੱਕਾ ਪਕਾਉਣਾ ਤੇ ਇੱਕ ਆਬਾਦ ਕਰਨਾ ਸੀ। ਇਹ ਫਿਰ ਹੌਲੀ ਹੌਲੀ ਜਿਵੇਂ ਤਾਜ਼ੀਆਂ ਬਾਤ ਹੁੰਦੀਆਂ ਰਹੀਆਂ ਮਗਰੋਂ ਜੀ ਹੁੰਦੇ ਰਹੇ ਤੇ ਬਾਤ ਹੁੰਦੀ ਰਹੀ। ਤੇ ਸਕੂਲ ਵਗੈਰਾ ਕਦੋਂ ਸ਼ੁਰੂ ਹੋਏ ਫਿਰ? ਸਕੂਲ ਮੇਰਾ ਤੇ ਨਹੀਂ 52 ਤੋਂ ਨਹੀਂ ਪਹਿਲਾਂ ਤੇ ਨੇ ਸੰਨ 47 ਦੀ ਜੰਗ ਹੋਈ ਹੈ ਪਹਿਲਾਂ ਤੱਕ ਸੰਨ 47 ਦੀ ਜੰਗ ਹੁੰਦੀ ਸਨ 47 ਵਜੇ ਤੇ ਜੰਗ ਹੁੰਦੀ ਹੈ ਤੇ ਮੀਆਂ ਜੀ ਸਕੂਲ ਗਏ ਤੇ ਬਣ ਕੇ ਆਉਂਦੇ ਸਾਲ ਕੇ ਨੇ ਸਕੂਲ ਤਿਆਰ ਹੋ ਗਏ। ਮੀਆਂ ਜੀ ਅੱਲਾ ਜਦੋਂ ਸੀ ਕਰੇ ਉਹਨੇ ਦੱਸਣ ਕੇ ਮੁਠੀਏ ਲਿਆਸ ਦੀਨ ਕੋਲ ਅਸੀਂ ਪੜ੍ਹਦੇ ਰਹੇ ਹਾਂ। ਉਹ ਮੁਸ਼ਕਿਲ ਆਦੀਨ ਕੋਲ ਪੜ੍ਹਦੇ ਤੁਸੀਂ ਰਹੇ ਹੋ ਵਡੇਰੇ ਸਾਡੇ ਪੜ੍ਹਦੇ ਨੇ। ਮੈਂ ਕਿਉਂਕਿ ਮੈਂ ਗੱਲ ਕੀਤੀ ਸੰਨ 47 ਜੀ ਗਜ਼ਲ ਪਿਆ ਹਾਂਜੀ ਦੁਨੀਆ ਅਦਲ ਬਦਲ ਹੋਈ ਉਦੋਂ ਆਏ ਸਨ ਇੱਥੇ। ਇਹ ਸੰਨ 47 ਚ ਚਾਹੀਏ ਕਿ ਮੈਂ ਪੈਦਾ ਹੋਣਾ 47 ਚ ਜੰਗ ਲੱਗਦੀ ਜਦੋਂ ਜੰਗ ਲੱਗਦੀ ਉਦੋਂ ਹੋਈ ਇੱਥੇ ਦਾ ਸਿੱਖਾਂ ਨੂੰ ਮੈਂ ਬੜਾ ਡਾਢਾ ਜਾਣ ਸਾਡੇ ਗੁਆਂਢਾਂ ਸਾਡੇ ਮਸਾਏ ਸਨ ਬੰਨਾ ਉਹਨਾਂ ਸਾਡਾ ਸਾਂਝਾ ਸੀ। ਤੁਹਾਡੇ ਕਦੇ ਛੋਟੇ ਹੁੰਦੇ ਲੜਾਈ ਹੋਈ ਸੀ ਸਿੱਖਾਂ ਨਾਲ ਕਦੇ ਆਪਸ ਵਿੱਚ? ਨਹੀਂ ਸਾਡੇ ਨਾਲ ਨਹੀਂ, ਸਾਡੇ ਨਾਲ ਉਹ ਆਪੋ ਜੀ ਕਰਦੇ ਸਿਰਾਂ ਹੀ ਮੁਸਲਮਾਨ ਹੈ ਹਾਂ ਉਹ ਲੜਦੇ ਰਹੇ ਨੇ। ਉਹ ਲੜਿਆ ਇਹ ਗੱਲ ਤੋਂ ਕਿ ਸਿੱਖ ਜਿਹੜਾ ਝਟਕਾ ਕਰਦੇ ਹਨ ਮੁਸਲਮਾਨ ਹਲਾਲ ਕਰਦੇ ਸਨ। ਗਾਂ ਸੀ ਲੱਗੇ ਹਲਾਲ ਕਰਨ, ਸਿੱਖਾਂ ਆਖਿਆ ਨਹੀਂ ਕਰਦੇ ਮੁਸਲਮਾਨਾਂ ਆਖਾਂ ਕਰਨੀ ਹੈ। ਇਹ ਗੱਲ ਤੋਂ ਲੜੇ ਹਨ ਫਿਰ ਮੁਸਲਮਾਨਾਂ ਨੇ ਹਲਾਲ ਕੀਤੀ, ਸਿੱਖਾਂ ਨੂੰ ਮਾਰ ਸਹੀ ਪਹਿਲਾਂ ਉਹ ਝਟਕਾ ਕਰਦੇ ਸਨ ਤਲਵਾਰ ਮਾਰਦੇ ਮੁਸਲਮਾਨ ਕੁਰਬਾਨੀ ਤਕਦੀਰ ਪੈਂਦੇ। ਸਹੀ। ਤੇ ਤੁਹਾਡੇ ਪਿੰਡ ਦੇ ਵਿੱਚ ਗੈਸ ਵੀ ਹੈਗੀ, ਸਾਰਾ ਕੁਝ ਹੈਗਾ ਵੀ, ਇਹ ਕਿਸ ਦੌਰ 'ਚ ਆਇਆ ਤੁਹਾਡੇ ਕੋਲ? ਇਹ ਤਾਂ ਹੁਣ ਤੇ ਆ ਕੁਝ 5-7 ਸਾਲਾਂ ਨੂੰ ਹੁਣ ਤੁਹਾਡੇ ਪਿੰਡ 'ਚ ਕਿੰਨੇ ਕੁ ਘਾਟ ਹੈਗੇ ਨੇ? ਘਰ ਟੋਟਲ ਘਰ ਕਿੰਨੇ ਨੇ ਪਿੰਡ ਦੇ ਵਿੱਚ? ਹੁਣ ਬੰਨੇ ਘਰ ਨਾ ਘਰ ਬਣਿਆ ਹੁਣ ਕਿਹੜਾ ਉੱਥੇ ਗੰਦਾ ਇਹ ਹੁੰਦਾ ਅੰਦਾਜ਼ਨ ਦਾਰਨ ਹਜ਼ਾਰ ਤਰਾਕ ਹਜ਼ਾਰ ਬੋਲ ਕੇ ਅੱਛਾ, ਇੱਕ ਸਕਦਾ ਮਤਲਬ 400-500 ਘਰ ਹੈ? ਆਹੇ ਨਾ ਮੈਂ ਕਿਹਾ ਜ਼ਿਆਦਾ ਹੀ ਹੋਣੇ ਫਿਰ ਤੇ। ਕੋਈ ਜ਼ਿਆਦਾ ਵੀ ਹੁੰਦੇ ਪਏ ਇਹਨੂੰ ਘੱਟ ਨਹੀਂ ਹੁੰਦੇ ਵੱਧ ਹੀ ਹੋਣੇ। ਇਹ ਬਥੇਰੇ ਕੰਮੀ ਕੀ ਅੱਡੋਡੀ ਹੋਏ ਜ਼ਿਮੀਂਦਾਰ ਵੀ ਅੱਡੋਡੀ ਹੋਏ ਸਹੀ। ਜਿੱਥੇ ਅੱਗੇ ਘਰ ਸੀ ਉੱਥੇ ਹੁਣ 5-5 6-6 ਘਰ ਹੀ ਬਣੇ। ਹਾਂ ਇਹ ਤਾਂ ਹੈ, ਹੁਣ ਘਰਾਂ 'ਚ ਕਈ ਘਰ ਬਣ ਚੁੱਕੇ ਆ। ਆਹ ਜੀ ਉਦੋਂ ਕੋਈ ਬਿਜਲੀ ਨਹੀਂ ਸੀ। ਇਹ ਮੌਲਵੀ ਇਸਮਤੁੱਲਾ ਨੇ ਬਿਜਲੀ ਆਂਦੀ ਪਾਉਂਡ ਇੰਨਾ ਚੱਕਾਂ। ਸਾਡੇ ਇੱਥੇ ਹੋਰ ਕਿਸੇ ਦੀ ਨਹੀਂ ਸੀ ਬਿਜਲੀ ਸਾਏ ਸਾਡੇ ਪਿੰਡ ਤੋਂ ਤੇ ਕਿਹੜੇ ਸਾਲ ਆਈ ਸੀ? ਲੱਦੜਾ ਤੋਂ। ਅਸੀਂ ਉਦੋਂ ਸਕੂਲੇ ਪੜ੍ਹਦੇ ਹਾਂ ਤਕਰੀਬਨ ਕੋਈ 55-56 ਚ ਇੱਥੇ ਇੱਕ ਆਈ ਹੋਣੀ ਹੈ। ਸਹੀ। ਤੇ ਹੋਰ ਕੋਈ ਪਿੰਡ ਦੀ ਐਸੀ ਗੱਲ ਜਿਹੜੀ ਚਲੋ ਕਿ ਇਲਾਕੇ ਵਿੱਚ ਮਸ਼ਹੂਰ ਸੀ? ਮੈਂ ਚਾਹੁੰਦਾ ਕਿ ਚਲੋ ਐਂਡ ਵੱਲ ਚਲੀਏ, ਹੁਣ ਕਲੋਜ਼ਿੰਗ ਕਰੀਏ। ਮਸ਼ਹੂਰ ਇੱਥੇ ਆ ਵੇ ਸਾਡੀ ਇੱਕ ਸ਼ੁਕਰਲਾ ਦੀ ਧੀ ਸੀ ਖਾਲਦਾ ਮਨਸੂਰ ਐਮ.ਐਨ. ਰਹੀ ਹੈ। ਅੱਛਾ ਇੱਥੇ ਸਾਨੂੰ ਗੈਸ ਨਾ ਦਿੰਦੇ ਤੇ ਉਹ ਤੁੰਨ ਕੇ ਗੈਸ ਲਿਆ ਕੇ ਸਾਨੂੰ ਦਿੱਤੀ ਸੀ। ਬਿਜਲੀ ਉਹਨੇ ਆਉਂਦੀ ਸੀ ਤੇ ਗੈਸ ਉਹ ਬੀਬੀ ਸਾਡੀ ਨੂੰ ਆਉਂਦੀ ਸੀ। ਸਾਡੀ ਭੈਣ ਲੱਗਦੀ ਗੈਸ ਉਹਨੇ ਆਉਂਦੀ। ਸਹੀ। ਇਹ ਦੋਵੇਂ ਗੱਲਾਂ ਮਸ਼ਹੂਰ ਨੇ। ਜੀ ਨਾਜ਼ਰੀਨ, ਇਸੇ ਦੇ ਨਾਲ ਹੀ ਮੈਨੂੰ ਤੋਂ ਇਜਾਜ਼ਤ, ਮਿਲਾਂਗੇ ਫਿਰ ਕਿਸੇ ਨਏ ਰੋਜ਼ ਨਵੇਂ ਮਹਿਮਾਨ ਦੇ ਨਾਲ, ਨਵਾਂ ਪਿੰਡ, ਨਵੀਆਂ ਗੱਲਾਂ ਹੋਣਗੀਆਂ। ਤਬ ਤੱਕ ਮੈਨੂੰ ਤੋਂ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।